ਹਨ। ਜਿਸ ਮੈਨੂੰ ਥੋੜਾ ਬਹੁਤ ਜਾਣਿਆ, ਹਮਦਰਦੀ ਦਿੱਤੀ, ਜ਼ਿੰਦਗੀ ਦੀ ਅਹਿਮੀਅਤ ਜਗਾਉਣ ਦਾ ਪਿਆਰ ਦਿੱਤਾ, ਉਹ ਮੇਰਾ ਮਹਿਬੂਬ ਪਿਛਲੇ ਹਫ਼ਤੇ ਬੜੀ ਬੇਰਹਿਮੀ ਨਾਲ ਕਤਲ ਕਰਵਾ ਦਿੱਤਾ ਗਿਆ। ਫਿਰ ਉਸਦੀਆਂ ਅੱਖਾਂ ਵਹਿ ਤੁਰੀਆਂ। ਬੁੜੇ ਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਇਹ ਝੀਲਾਂ ਦਰਿਆ ਹੋ ਗਈਆਂ ਹਨ ਤੇ ਬਹੁਤ ਛੇਤੀ ਇਹ ਦਰਿਆ ਤੂਫਾਨ ਬਣ ਜਾਣਗੇ। ਫਿਰ ਪਤਾ ਨਹੀਂ ਕੌਣ ਬਚੇ ਜਾਂ ਨਾ ਬਚੇ। ਬੂੜੇ ਦੇ ਦਿਮਾਗ 'ਚ ਸੀ, ਸੁਲਤਾਨਾ ਦਾ ਸਿਰਫ ਮੈਂ ਹੀ ਆਸ਼ਿਕ ਹਾਂ। ਉਸ ਲਈ ਅਜਿਹੀ ਦਰਦ ਰਿਝਾਣੀ ਹਾਲਤ ਵਿੱਚ ਹਮਦਰਦੀ ਦੇਣੀ ਔਖੀ ਹੋ ਰਹੀ ਸੀ। ਸੁਲਤਾਨਾ ਦੇ ਆਖਣ ਮੁਤਾਬਕ ਉਹ ਉਸਦੇ ਆਖਰੀ ਬੋਲ ਹੀ ਸਨ। ਉਹ ਇੱਕਦਮ ਭਰੀ ਤਪੀ ਦੁਪਹਿਰ ਵਿੱਚ ਗੁੰਮ ਹੋ ਗਈ। ਰਤਨਬਾਈ ਦਾ ਖਿਆਲ ਸੀ ਕਿ ਉਹ ਕਲਕੱਤੇ ਦੌੜ ਗਈ ਹੈ। ਖਾਨ ਦੇ ਵਿਸ਼ਵਾਸ ਅਨੁਸਾਰ ਉਹ ਰਾਵੀ ਵਿੱਚ ਡੁੱਬ ਹੋਈ ਸੀ। ਬੂੜੇ ਦਾ ਬੁਰਾ ਹਾਲ ਸੀ। ਉਹ ਕੋਈ ਅੰਦਾਜ਼ਾ ਨਹੀਂ ਸੀ ਲਾ ਸਕਦਾ। ਜਿਸ ਨੂੰ ਥੋੜੀ ਬਹੁਤ ਅਸਲੀਅਤ ਦਾ ਪਤਾ ਸੀ। ਮਾਰੂ ਖਾਮੋਸ਼ੀ ਨੇ ਉਸਦਾ ਚਿਹਰਾ ਭਿਆਨਕ ਬਣਾ ਦਿੱਤਾ। ਉਹ ਹਮੇਸ਼ਾ ਪੁੱਲ ਟੁਕਦਾ ਰਹਿੰਦਾ। ਉਂਘ ਦੇ ਖਿਆਲਾਂ ਵਿੱਚ ਉਹ ਸੁਲਤਾਨਾ ਦੇ ਹੁਸਨ ਪਿਆਰ ਤੇ ਮਰ ਜਾਂਦਾ। ਉਸਦੇ ਸਲੀਕੇ, ਨਾਜ਼ੋ-ਅਦਾ ਅਤੇ ਚੁਸਤ ਫਿਕਰਿਆਂ ਨੂੰ ਯਾਦ ਕਰ ਕਰ ਰੋ ਉੱਠਦਾ। ਜਦ ਅੰਧ ਵਿਸ਼ਵਾਸੀ ਪਿਆਰ ਭਾਵੇਂ ਕੱਚੀ ਪੱਕੀ ਹਾਲਤ ਵਿੱਚ ਹੋਵੇ ਟੁੱਟ ਜਾਵੇ, ਸਵੇਰ ਸ਼ਾਮ ਵਿੱਚ ਬਦਲ ਜਾਂਦੀ ਹੈ ਤੇ ਸ਼ਾਮ ਰਾਤ ਹੋ ਜਾਂਦੀ ਹੈ, ਜਿਸ ਦੀ ਸਵੇਰ ਕਈ ਵਾਰ ਮੌਤ ਦਾ ਸਾਲੂ ਲੈ ਕੇ ਆਉਂਦੀ ਹੈ। ਸਮੇਂ ਦੀ ਪ੍ਰਵਾਜ਼ ਰੁਕਦੀ ਨਹੀਂ, ਪਰ ਜਦ ਕੋਈ ਹਾਦਸਾ ਮਨੁੱਖ ਦੇ ਦਿਮਾਗੀ ਢਾਂਚੇ ਨੂੰ ਹਿਲਾ ਦਿੰਦਾ ਹੈ, ਮਨੁੱਖ ਸਮਝਦਾ ਹੈ ਸਮਾਂ ਅਚਲ ਹੋ ਕੇ ਰਹਿ ਗਿਆ ਹੈ। ਅਸਲ ਵਿੱਚ ਮਨੁੱਖ ਖੁਦ ਤੁਰਦੇ ਕਾਫਲੇ ਨਾਲੋਂ ਪਿੱਛੇ ਰਹਿ ਜਾਂਦਾ ਹੈ। ਮਹੀਨੇ ਬੀਤ ਗਏ ਸਨ, ਪਰ ਬੂੜਾ ਸਮਝਦਾ ਸੀ ਸੁਲਤਾਨਾ ਕੱਲ ਗਈ ਹੈ। ਖਾਨ ਨਾਲ ਪੀਂਦਿਆਂ ਉਸਨੂੰ ਯਾਦ ਆਇਆ, ਸੁਲਤਾਨਾ ਜਾਮ ਦੇ ਇੱਕ ਸ਼ਰਤ ਤੇ, ਜੇ ਮੁੜ ਕੇ ਨਹੀਂ ਆਏਗਾ, ਮੁੜ ਕੇ ਨਹੀਂ ਪੀਏਗਾ। ਉਹ ਭਵਕ ਪਿਆ, ਸੁਲਤਾਨਾ ਜੇ ਪੀਆਂਗਾ ਨਹੀਂ ਤਾਂ ਜੀਆਂਗਾ ਕਿਵੇਂ? ਮੇਰੀ ਇੰਤਜ਼ਾਰ ਤੈਨੂੰ ਮੁੜ ਆਉਣ ਲਈ ਮਜਬੂਰ ਕਰ ਦੇਵੇਗੀ। ਉਹ ਪਿਆਲਾ ਡਕਾਰ ਗਿਆ। ਹੋਰ, ਫਿਰ ਇੱਕ ਹੋਰ। ਖਰਾਂਟ ਖਾਨ ਨੇ ਇੱਕ ਅੱਖ ਦੱਬ ਕੇ ਬੂੜੇ ਦੀ ਪਤਲੀ ਹਾਲਤ ਉੱਤੇ ਮੁਸਕਰਾਉਂਦਿਆਂ ਚੋਟ ਕੀਤੀ। ਸਰਦਾਰ ਜੀ, ਰਿਹਾਨਾ ਬਾਰੇ ਕੀ ਖਿਆਲ ਹੈ? ਖਾਨ, ਰਿਹਾਨਾ 4 ਯੁੱਗ ਸੁਲਤਾਨਾ ਨਹੀਂ ਹੋ ਸਕਦੀ। ਸੁਲਤਾਨਾ ਤਵਾਇਫ ਨਹੀਂ ਸੀ, ਮਹਿਬੂਬ ਸੀ, ਮੁਹੱਬਤ ਦੀ ਮਲਕਾ। ਉਸਨੇ ਨਾਜ਼-ਅਦਾ ਉਸਦੇ ਨਾਲ ਹੀ ਚਲੇ ਗਏ। ਉਹ ਦੋਹਾਂ ਹੱਥਾਂ ਨੂੰ ਹਿਲਾਉਂਦਿਆਂ ਮੁੜ ਵਿਦਾਇਗੀ ਦਿੱਤੀ। ਸਰੂਰ ਮਸਤੀ ਹੋ ਗਈ। ਮਸਤੀ ਨੀਮ ਬੇਹੋਸ਼ੀ। ਬੂੜੇ ਨੇ ਲਮਕਾਏ ਸ਼ਬਦਾਂ ਨਾਲ ਗਾਲਬ ਗਾਉਣਾ ਸ਼ੁਰੂ ਕਰ ਦਿੱਤਾ। थक थक के हर मुकाम पे 2-4 रह गए, थक थक के हर मुकाम पे 2-4 रह गए, तेरा पता ना पाए तो नचार क्या करे। फिर उस सुल्ताना दी नक्श सीरत नूं रिहाना दे शीशे च तक्या। रिहाना, तू सुल्ताना बिल्कुल नहीं हो सकती, पर तेनू सुल्ताना समझ के मुहब्बत की जा सकती है। मैं अपने बल्लों तो बेवफा नहीं हो सकता, कदे नहीं हो सकता। उत्ते जोर दिंदियां उस मेज ते मुक्की मारे ते तरी वाली प्लेट टुट गई। तरी दे छिट्टे दोहां यारां दे कपड़िਆਂ उत्ते पै गए। खान बेतहाशा हस पिया। बूढ़े दे हत्थ चों लहू वग निकलिया सी। हर घटना भटके राही ਲਈ ਇੱਕ ਮੋੜ ਹੈ ਜਿੱਥੋਂ ਉਹ ਜ਼ਿੰਦਗੀ ਨੂੰ ਸਹੀ ਰਾਹ ਦੇ ਸਕਦਾ ਹੈ। ਮਾਲਣ ਨੂੰ ਬੂੜੇ ਦੀ ਭਾਵਕ ਚੁੱਪ ਤੋਂ ਬੜਾ ਡਰ ਲੱਗਦਾ ਸੀ। ਨਾ ਜਾਣੇ ਟੁੱਟਣ ਤੋਂ ਕੀ ਵਾਪਰ ਜਾਵੇ। ਉਹ ਕੁਝ ਨਹੀਂ ਜਾਣ ਸਕਦੀ ਸੀ, ਕੁਝ ਨਾ ਜਾਣ ਸਕੀ। ਉਹ ਹਰ ਹੁਕਮ ਦੇ ਹੱਥ ਦੀ ਪੱਖੀ ਵਾਂਗ ਫਿਰਦੀ। ਆਪਣੀ ਕੀਮਤ ਦਾ ਅਹਿਸਾਸ ਤਾਂ ਕਿਤੇ ਰਿਹਾ। ਉਸ ਕਦੇ ਵਰਤੋਂ ਦੀਆਂ ਚੀਜ਼ਾਂ ਨਾਲ ਵੀ ਮੁਕਾਬਲਾ ਨਹੀਂ ਕੀਤਾ ਸੀ, ਪਰ ਬੂੜੇ ਦੀ ਨਜ਼ਰ ਵਿੱਚ ਉਸ ਤੋਲੇ ਬੱਚੀ ਦੀ ਦੁਨੀਆ ਦੇ ਸਾਰੇ ਗਮ ਤੇ ਡਰ ਇੱਕ ਇੱਕ ਕਰਕੇ ਨੋਚ ਲੈਂਦੀ। ਜਦ ਉਹ ਮਮਤਾ ਵਿੱਚ ਆ ਕੇ ਲੋਰੀ ਗਾਉਂਦੀ, ਆਲੇ ਦੁਆਲੇ ਦੀ ਹਰ ਚੀਜ਼ ਜਿਉਂਦੀ ਤੇ ਧੜਕਦੀ ਪ੍ਰਤੀਤ ਹੁੰਦੀ। ਪਿਆਰ ਦੇ ਚੁੰਮਣਾ ਨਾਲ ਲਾਲ ਗੁਲਾਲ ਮੁਸਕਾਉਂਦੀ। ਜ਼ਿੰਦਗੀ ਜੋ ਕੁਦਰਤੀ ਦੇਣ ਹੈ, ਕਤਲਗਾਹ ਵਿੱਚ ਵੀ ਜਵਾਨ ਹੁੰਦੀ ਹੈ। ਪਿਆਰ ਜੋ ਜ਼ਿੰਦਗੀ ਦਾ ਆਪਣਾ ਸੁਭਾਅ ਹੈ, ਕੈਦ ਵਿੱਚ ਵੀ ਪ੍ਰਵਾਨ ਚੜ੍ਹਦਾ ਹੈ। ਨਹਿਰ ਦੇ ਪਾਣੀ ਵਿੱਚ ਹਵਾ ਦੇ ਫਰਾਟਿਆਂ ਨੂੰ ਨਾਚ ਕਰਦਾ ਰੰਗਲਾ ਵਹਾਅ ਪੈਦਾ ਕਰ ਦਿੱਤਾ ਸੀ। ਕੰਮ ਕਰਨ ਦਾ ਬੂੜੇ ਦਾ ਜੀ ਨਹੀਂ ਕਰਦਾ ਸੀ, ਪਰ ਜੀ ਭਿਆਣੇ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੈ। ਖੁੱਲੇ ਖਰਚ ਲਈ ਨਿਰੀ ਤਨਖਾਹ ਹੀ ਅਹਿਮੀਅਤ ਰੱਖਦੀ ਹੈ। ਖੁੱਲੇ ਖਰਚ ਲਈ ਨਿਰੀ ਤਨਖਾਹ ਕੀ ਅਹਿਮੀਅਤ ਰੱਖਦੀ ਹੈ। 2 ਮਹੀਨੇ ਪਿੱਛੋਂ ਉਸਦੇ ਡਿਵੀਜ਼ਨ ਵਿੱਚ ਤਬਦੀਲੀਆਂ ਦਾ ਚੱਕਰ ਚੱਲ ਪਿਆ। ਉਸਦੇ ਮੋਹਤਮ ਨੂੰ ਸਰਹੰਦ ਡਿਵੀਜ਼ਨ ਵਿੱਚ ਭੇਜ ਦਿੱਤਾ ਤੇ ਉਸਨੂੰ ਚੁੱਕ ਕੇ ਲਾਹੌਰ ਦੇ ਹੋਰ ਨੇੜੇ ਕਰ ਦਿੱਤਾ। ਫਿਰ ਸੁਲਤਾਨਾ ਦੀ ਥਾਂ ਰਿਹਾਨਾ ਮੁਹੱਬਤ ਦੀ ਮਲਕਾ ਬਣ ਗਈ। ਰਿਸ਼ਵਤ ਪਹਿਲਾਂ ਵਾਂਗ ਜਾਰੀ ਸੀ। ਉਸ ਇੱਕ ਪਲ ਲਈ ਇਹ ਨਾ ਸੋਚਿਆ ਕਿ ਕਿੱਲਾ ਪੁੱਟਿਆ ਗਿਆ ਏ। ਡਰਾਫਟਸਮੈਨ ਨਾਲ ਅਣਬਣ ਹੋ ਜਾਣ ਤੇ ਉਸਦਾ ਇੱਕ ਪੋਲ ਖੁੱਲ ਗਿਆ। ਉਸਨੂੰ ਨੌਕਰੀ ਤੋਂ ਵੱਖ ਤਾਂ ਨਾ ਕੀਤਾ ਗਿਆ, ਪਰ ਮਹਿਕਮਾਨਾ ਕਾਰਵਾਈ, ਡਿਪਾਰਟਮੈਂਟਲ ਇਨਕੁਆਇਰੀ ਜਿਹੜੀ ਹੁੰਦੀ ਹੈ, ਕਾਰਵਾਈ ਸ਼ੁਰੂ ਹੋ ਗਈ। ਜ਼ਿਲ੍ਹੇਦਾਰ ਨੇ ਮੁੜ ਆਪਣੇ ਮੋਹਤਮ ਦੇ ਪੈਰ ਜਾ ਫੜੇ।
ਉਸ ਸਿਫਾਰਸ਼ੀ ਚਿੱਠੀ 'ਚ ਮੌਕੇ ਦੇ ਮੋਹਤਮ ਨੂੰ ਲਿਖਿਆ, ਮੁੰਡਾ ਆਪਣਾ ਬਰਖੁਰਦਾਰ ਹੈ, ਜਿਵੇਂ ਆਖੋਗੇ ਕੰਮ ਦੇਵੇਗਾ। ਇੰਨੀ ਗੱਲ ਨਾਲ ਹੀ ਡਰਾਫਟਸਮੈਨ ਤੇ ਉਸਦੀਆਂ ਗਵਾਹੀਆਂ ਝੂਠੀਆਂ ਪੈ ਗਈਆਂ। ਜ਼ਿਲ੍ਹੇਦਾਰ ਲਈ ਨਵਾਂ ਖਸਮ ਪੈਦਾ ਹੋ ਗਿਆ। ਕੁੱਬੇ ਨੂੰ ਲੱਤ ਸੂਤ ਆ ਗਈ। ਬੂੜ ਨੂੰ ਜ਼ਿੰਦਗੀ ਦਾ ਮੁੜ ਇਕਸਾਰਤਾ ਮਿਲ ਗਈ। ਵਿਆਹ ਦਾ ਖਿਆਲ ਉਸਦੇ ਦਿਮਾਗ ਚੋਂ ਨਿਕਲਿਆ ਨਹੀਂ ਸੀ, ਪਰ ਪਿੰਡ ਜਾ ਕੇ ਉਹ ਘਰਦਿਆਂ ਨੂੰ ਮਨਾ ਨਹੀਂ ਸਕਿਆ। ਜਿਸ ਪਿੰਡ ਵਿੱਚ ਪਲ ਕੇ ਜਵਾਨ ਹੋਇਆ ਸੀ, ਹੁਣ ਉਸਦਾ ਹਰ ਦ੍ਰਿਸ਼ ਉਸਨੂੰ ਗੰਦਾ ਲੱਗਦਾ ਸੀ ਤੇ ਹਾਣੀਆਂ ਦੇ ਬੋਲ ਅਸਭ्य ਜਾਪਦੇ ਸਨ। ਉਹ ਕਿਹੋ ਜਿਹੇ ਵਾਤਾਵਰਨ ਵਿੱਚ ਆ ਗਿਆ, ਕਿੱਥੇ ਰਿਹਾਨਾ ਦਾ ਨਿੱਘ ਸੁਗੰਧਤਾ ਤੇ ਸੁਰੀਲਾ ਸਾਥ। ਸੁਲਤਾਨਾ ਵਰਗੀ ਇੱਕ ਵੀ ਕੁੜੀ ਉਸਦੀ ਨਜ਼ਰੋਂ ਨਹੀਂ ਲੰਘੀ ਸੀ। ਉਹ ਮੁੱਲੀ ਕੁੜੀ ਨਾਲ ਵਿਆਹ ਕਰਵਾ ਕੇ ਉਹ ਹੋਰ ਜੰਜਾਲ ਨਹੀਂ ਵਧਾ ਸਕਦਾ ਸੀ। ਮਨਪਸੰਦ ਕੁੜੀ ਤੋਂ ਬਿਨਾਂ ਉਸਨੂੰ ਜ਼ਿੰਦਗੀ ਵਿੱਚ ਹੋਰ ਹਰ ਤਰ੍ਹਾਂ ਦੀ ਤਸੱਲੀ ਤੇ ਆਰਾਮ ਸੀ। ਜੇਕਰ ਉਸਨੂੰ ਮਨ ਭਾਉਂਦੀ ਕੁੜੀ ਨਹੀਂ ਮਿਲ ਰਹੀ ਸੀ ਤਾਂ ਇਸ ਗੁੱਸੇ ਦਾ ਨਜ਼ਲਾ ਵੀ ਮਾਲਣ ਉੱਤੇ ਕੱਢਿਆ ਜਾਂਦਾ। ਮਾਲਣ ਚੁੱਪਚਾਪ ਕੋਹਲੂ ਦੇ ਬੈਲ ਵਾਂਗ ਸਫ਼ਰ ਤੈਅ ਕਰੀ ਜਾ ਰਹੀ ਸੀ। ਉਸਦੀ ਬੱਚੀ 2 ਸਾਲ ਦੀ ਹੋਣ ਵਾਲੀ ਸੀ, ਪਰ ਬੂੜ ਨੇ ਪਿਤਾ ਦੀ ਹੈਸੀਅਤ ਵਿੱਚ ਪਿਆਰ ਨਾਲ ਚੁੱਕਣਾ ਤੱਕ ਹੀ, ਇੱਕ ਵਾਰ ਬੁਲਾਇਆ ਤੱਕ ਨਹੀਂ ਸੀ। ਸਤਵੰਤ ਲਈ ਉਸਦਾ ਪਿਤਾ ਇੱਕ ਹਊਆ ਸੀ। ਉਸ ਤੋਂ ਡਰੀ ਸਹਿਮੀ ਉਹ ਨੱਠ ਕੇ ਆਪਣੀ ਬੇਜੀ ਦੀ ਛਾਤੀ ਨਾਲ ਆ ਲੁਕਦੀ। ਮਾਲਣ ਹੁਣ ਮੁੜ ਉਮੀਦਵਾਰੀ ਵਿੱਚ ਸੀ। ਬੂੜ ਉਸਨੂੰ ਗਰਭਵਤੀ ਤੱਕ ਕੇ ਖਿਜਣ ਉਪਰੰਤ ਚੀਕਣ ਵੀ ਲੱਗ ਪਿਆ। ਉਸਨੂੰ ਆਪਣੀ ਮੰਜ਼ਿਲ ਦੂਰ ਹੀ ਦੂਰ ਹੁੰਦੀ ਪ੍ਰਤੀਤ ਹੋ ਰਹੀ ਸੀ। ਉਸ ਮਾਲਣ ਨੂੰ ਗੰਦੀਆਂ ਗਾਲਾਂ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਸੀ। ਇਹ ਇੰਤਹਾ ਸੀ ਜਿਸ ਨੇ ਮਾਲਣ ਦੇ ਜ਼ਬਤ, ਸਬਰ ਤੇ ਦਰਗਾਹੀ ਚੁੱਪ ਨੂੰ ਤੋੜ ਕੇ ਰੱਖ ਦਿੱਤਾ। ਭਲਾ ਜੀ ਇਸ ਵਿੱਚ ਮੇਰਾ ਕੀ ਕਸੂਰ ਹੈ? ਹਰਾਮਜ਼ਾਦੀ! ਜ਼ਿਲ੍ਹੇਦਾਰ ਨੇ ਤਾੜ ਕਰਦਾ ਇੱਕ ਥੱਪੜ ਜੜ ਦਿੱਤਾ। ਤੈਨੂੰ ਹੁਣ ਸਾਹਮਣੇ ਬੋਲਣਾ ਵੀ ਆ ਗਿਆ? ਉਸਦੇ ਦਿਮਾਗ ਵਿੱਚ ਸੀ, ਇੱਕ ਪੱਥਰ ਸਭ ਕੁਝ ਕਰ ਸਕਦਾ ਹੈ, ਪਰ ਕਹਿ ਕੁਝ ਨਹੀਂ ਸਕਦਾ। ਸਤਵੰਤ ਦਾ ਸਾਹ ਰੁਕ ਗਿਆ। ਉਹ ਢੇਰ ਸਮੇਂ ਪਿੱਛੋਂ ਲੇਰ ਮਾਰੀ। ਮਾਲਣ ਨੇ ਵਗ ਪਏ ਹੰਝੂਆਂ ਨੂੰ ਪੂਰੇ ਤਾਣ ਨਾਲ ਰੋਕਣ ਦਾ ਯਤਨ ਕੀਤਾ। ਮਾਰੋ ਭਾਵੇਂ ਛੱਡੋ, ਮੈਂ ਤਾਂ ਤੁਹਾਡੇ ਚਰਨਾਂ 'ਚ ਹੀ ਦਿਨ ਪੂਰੇ ਕਰਨੇ ਆ। ਬਸ ਅੱਜ ਹੀ ਨੌਕਰ ਨਾਲ ਪੇਕੀ ਚਲੀ ਜਾ, ਮੈਨੂੰ ਤੇਰੀ ਕੋਈ ਲੋੜ ਨਹੀਂ। ਉਸਦਾ ਚਿਹਰਾ ਲੋਹਾ ਲੱਖਾ ਹੋਇਆ ਪਿਆ ਸੀ। ਉਸਦੇ ਮੱਥੇ ਦਾ ਤ੍ਰਿਸ਼ੂਲ ਬਿੱਛੂ ਦੀ ਤਰ੍ਹਾਂ ਵੱਟਦਾ ਜਾ ਰਿਹਾ ਸੀ। ਆਖਰੀ ਸੁਣ ਲੈ, ਜੇ ਤੂੰ ਫਿਰ ਕੁੜੀ ਜੰਮੀ, ਇੱਥੇ ਆਉਣ ਦੀ ਖੇਚਲ ਨਾ ਕਰੀ। ਉਸ ਧੱਫ ਕਰਦਿਆਂ ਪੈਰ ਜ਼ਮੀਨ ਤੇ ਮਾਰਿਆ। ਚੰਬੇਲੀ ਦੀ ਮਾਸੂਮ ਕਲੀਆਂ ਡਰੀ ਡਾਲ ਹੇਠਾਂ ਕੁਚਲੀ ਗਈ। ਚੰਬੇਲੀ ਦੀ ਮਾਸੂਮ ਕਲੀ ਭਰੀ ਡਾਲ ਹੇਠਾਂ ਕੁਚਲੀ ਗਈ। ਮਾਲਣ ਦੀ ਨੀਵੀਂ ਨਜ਼ਰ ਕੁਚਲੀ ਡਾਲ ਤੇ ਬੂੜ ਤੋਂ ਝੜੀ ਗਰਦ ਉੱਤੇ ਜੰਮੀ ਹੋਈ ਸੀ। ਜੇ ਤੂੰ ਮਾਂ ਨਾ ਹੀ ਜੰਮਦੀ ਸੀ, ਕੀ ਥੁੜਿਆ ਸੀ ਇਸ ਜੰਮਣ ਖੁਣੋਂ? ਜੰਮੀ ਸੀ, ਮਾਰ ਹੀ ਛੱਡਦੀ। ਘੱਟ ਤੋਂ ਘੱਟ ਮੈਂ ਸਤਵੰਤ ਨੂੰ ਨਾ ਜੰਮਦੀ। ਕਿੰਨੇ ਦੁੱਖਾਂ ਤੇ ਕਸ਼ਟਾਂ ਨਾਲ ਮੈਂ ਉਸਨੂੰ ਜਨਮਿਆ। ਖਬਰੇ ਮੇਰੀ ਮਾਂ ਮੇਰੇ ਨਾਲੋਂ ਵਧੇਰੇ ਦੁਖੀ ਹੋਈ ਹੋਏਗੀ। ਸੂਲੀ ਚੜ੍ਹ ਜਾਣ ਤੱਕ ਵੀ ਮੈਂ ਸਤਵੰਤ ਨੂੰ ਨਹੀਂ ਮਾਰ ਸਕੀ। ਮੇਰੀ ਮਾਂ ਭਲਾ ਮੈਨੂੰ ਕਿਵੇਂ ਮਾਰ ਸਕਦੀ ਸੀ? ਦੁੱਖਾਂ ਨਪੇੜਿਆਂ ਮਨੁੱਖ ਨਿੱਤ ਮਰਨ ਲਈ ਸੋਚਦਾ ਹੈ, ਪਰ ਜਿਉਣ ਦਾ ਪੱਖ ਨਿੱਤ ਨਵੀਂ ਘਟਨਾ ਵਰਤਾ ਕੇ ਮਰਨ ਨੂੰ ਅਗੇਰੇ ਹਾਰ ਦੇ ਹੀ ਰੱਖਦਾ ਹੈ। 2 ਕਦਮ ਭਟਕਣ ਪਿੱਛੋਂ ਮਾਲਣ ਨੇ ਫਿਰ ਪੂਰਬੀ ਬਿਰਧ ਅਨੁਸਾਰ ਚੁੱਪ ਸੜਕ ਉੱਤੇ ਸਫ਼ਰ ਸ਼ੁਰੂ ਕਰ ਦਿੱਤਾ। ਭਾਵੇਂ ਛੁੱਟੜ ਹੋਣ ਦੇ ਝੋਰੇ ਵਿੱਚ ਭੋਰਾ ਫਰਕ ਨਹੀਂ ਆਇਆ ਸੀ, ਪਰ ਇਸ ਟੱਕਰ ਵਿੱਚ ਨਵੀਂ ਆਸ ਨੇ ਜ਼ਰੂਰ ਜਨਮ ਲਿਆ ਸੀ। ਜੇ ਮੈਨੂੰ ਮੁੰਡਾ ਹੋ ਜਾਵੇ, ਵਸਦੀ ਰਹਿ ਜਾਵਾਂ। ਉਹ ਭਗਵਾਨ ਦੀ ਰਜੋਈ ਵਿੱਚ ਹਰ ਪਲ ਗੋਡਿਆਂ ਭਾਰ ਰਹਿੰਦੀ। ਕੰਬਲੀ ਵਾਲੇ ਸੰਤਾਂ ਦੇ ਡੇਰੇ ਉਸ ਪਾਠ ਸੁੱਖਿਆ। ਉਹ ਕਿਸੇ ਵੀ ਕੀਮਤ ਤੇ ਮੁੰਡਾ ਹਾਸਲ ਕਰਨ ਲਈ ਤਿਆਰ ਸੀ, ਪਰ ਉਸਨੂੰ ਇੱਕ ਵੀ ਸਾਧਨ ਇਸ ਤਰ੍ਹਾਂ ਦਾ ਨਾ ਮਿਲਿਆ ਜਿਹੜਾ ਦਿਨੋਂ ਦਿਨ ਖੁਰਦੀ ਦਾ ਬੰਨ ਬਣ ਸਕਦਾ ਸੀ। ਥੋੜੇ ਦਿਨਾਂ ਪਿੱਛੋਂ ਉਹ ਨੌਕਰ ਨਾਲ ਪੇਕੀ ਆ ਗਈ। ਭਾਵੇਂ ਜਣੇਪੇ ਵਿੱਚ 3 ਮਹੀਨੇ ਪਏ ਸਨ, ਪਰ ਉਹ ਪੇਕੀ ਆ ਕੇ ਢੇਰ ਤਸੱਲੀ ਅਨੁਭਵ ਕੀਤੀ। ਇੱਥੇ ਛਾਤੀ ਵਿੰਨਣ ਆਉਂਦਾ ਤਰਸ਼ੂਲ ਨਹੀਂ, ਡੇਗ ਮਾਰਨ ਆਉਂਦਾ ਬਿੱਛੂ ਨਹੀਂ, ਸਗੋਂ ਭਾਬੋ ਦੇ ਪਿੰਡੂ ਮਧੁਰ ਗੀਤ ਸਨ, ਜਿਹੜੇ ਬਹਾਰ ਦੇ ਭੌਰਿਆਂ ਵਾਂਗ ਸਾਰੇ ਵਿਹੜੇ ਵਿੱਚ ਗੂੰਜਦੇ ਰਹਿੰਦੇ। ਭਾਬੋ ਪਹਿਲੀ ਵਾਰ ਉਮੀਦਵਾਰੀ ਚ ਸੀ। ਉਸ ਜ਼ਿੰਦਗੀ ਦੇ ਇਸ਼ਕ ਨਾਲ ਮੂੰਹ ਭਰੀ ਮੁੱਦ ਜਾਂਦੀ ਸੀ। ਖੁਸ਼ੀਆਂ ਭਰੇ ਖੇੜੇ ਖੇੜੇ ਚ ਆ ਕੇ ਮਾਲਣ ਦਾ ਅਹਿਸਾਸ ਜਿਉਣ ਲਈ ਤਰਸ ਗਿਆ, ਬਲਵਾਨ ਹੋ ਗਿਆ। ਉਸਨੂੰ ਆਉਣ ਵਾਲੇ ਜੀ ਬਾਰੇ ਆਪਣੇ ਆਪ ਤਸੱਲੀ ਹੋ ਗਈ ਕਿ ਜ਼ਰੂਰ ਮੁੰਡਾ ਹੋਵੇਗਾ। ਜ਼ਿੰਦਗੀ ਦੇ ਖੁਸ਼ੀਆਂ ਅਤੇ ਮਧੁਰ ਗੀਤਾਂ ਭਰੇ ਵਿਹੜੇ ਨੂੰ ਰੱਬ ਦੀ ਮਾਰ ਪਲੇਗ ਨੇ ਉਜਾੜ ਕੇ ਰੱਖ ਦਿੱਤਾ। ਮਾਲਵੇ ਦੇ ਪਿੰਡਾਂ ਵਿੱਚ ਪੋਰਿਆਂ ਵਰਗੇ ਗੱਭਰੂਆਂ ਨੂੰ ਤੇ ਸ਼ੈਲ ਰਕਾਣਾ ਦੇ ਸੱਥਰ ਪੈਣੇ ਸ਼ੁਰੂ ਹੋ ਗਏ। ਇਸ ਬਿਮਾਰੀ ਨੇ ਰੰਗੀ ਵਸਦੇ ਪੰਜਾਬ ਨੂੰ ਗੜੇਮਾਰ ਮੱਕੀ ਵਾਂਗ ਭੰਨ ਕੇ ਰੱਖ ਦਿੱਤਾ।
ਜੱਲੀਆਂ ਪਾਉਂਦੇ ਘਰਾਂ ਵਿੱਚ ਭੈ ਭੀਤ ਹਨੇਰਾ ਪਸਰਿਆ ਹੋਇਆ ਸੀ ਤੇ ਮਸਾਣਾਂ ਦੇ ਚਾਨਣ ਵਿੱਚ ਕੁੰਦਣ ਵਰਗੀਆਂ ਜਵਾਨੀਆਂ ਤੜਾਕ ਤੜਾਕ ਸੜੀ ਜਾ ਰਹੀਆਂ ਸਨ। ਛੂਤ ਦੀ ਇਸ ਨਾਮਰਾਦ ਬਿਮਾਰੀ ਨੇ ਘਰਾਣਿਆਂ ਦੇ ਘਰਾਣੇ ਮੁਕਾ ਦਿੱਤੇ। ਹਰ ਪਾਸੇ ਮੌਤ ਦਾ ਸਹਿਮ ਪਿਆ ਹੋਇਆ ਸੀ। ਕੋਈ ਯਾਰ ਦੋਸਤ ਅਥਵਾ ਰਿਸ਼ਤੇਦਾਰ ਡਰਦਾ ਆਪਣੇ ਸਨੇਹੀ ਦੀ ਖਬਰ ਲੈਣ ਨਹੀਂ ਜਾਂਦਾ ਸੀ। ਕਿਸੇ ਮਰੇ ਮੁੱਕੇ ਦੀ ਮਕਾਨ ਤਾਂ ਕੀ ਜਾਣਾ ਸੀ। ਮਾਲਣ ਮੌਤ ਦੇ ਮੂੰਹੋਂ ਬਚ ਗਈ, ਪਰ ਉਸਦੇ ਭਰਾ ਭਰਜਾਈ ਨੂੰ ਜਰਵਾਣੀ ਮੌਤ ਨੇ ਬਾਹਾਂ ਚੋਂ ਖਿੱਚ ਲਿਆ। ਉਸਦੇ ਦੁਹਾਈ ਦੇਣ ਉੱਤੇ ਵੀ ਕੋਈ ਡਾਕਟਰ ਹਕੀਮ ਨੇ ਉਹਨਾਂ ਦੀ ਦਵਾ ਦਾਰੂ ਜਾਣ ਵਾਲਿਆਂ ਨੂੰ ਰੋਕ ਨਾ ਸਕੇ। ਬਹੁਤ ਰੋ ਲੈਣ ਤੇ ਆਪਾ ਕੋਹ ਲੈਣ ਪਿੱਛੋਂ ਉਹ ਆਪਣੇ ਸੋਗੀ ਵਾਤਾਵਰਣ ਵਿੱਚ ਅਨੁਭਵ ਕੀਤਾ। ਜਿਸ ਮਰਨਾ ਸੀ ਉਹ ਮੋਈ ਨਹੀਂ। ਜਿਉਣ ਵਾਲਿਆਂ ਨੂੰ ਡਾਢਾ ਦਾਦ ਫਰਿਆਦ ਸੁਣੇ ਬਿਨਾਂ ਲੈ ਵੀ ਗਿਆ। ਰੱਬ ਦੇ ਘਰ ਵੀ ਨਿਆਂ ਨਹੀਂ। ਮੌਤ ਦੀ ਵਾਦੀ ਵਿੱਚ ਨਿਤੜਕ ਵਿਚਰਦਿਆਂ ਉਸਦੇ ਦਿਲੋਂ ਮੌਤ ਦਾ ਭੈ ਅਸਲੋਂ ਨਿਰਮੂਲ ਹੋ ਗਿਆ। ਮੈਂ ਵੀ ਜਿਉਂ ਕੇ ਕੀ ਕਰਨਾ ਹੈ, ਪਰ ਉਸਨੂੰ ਭਾਬੋ ਦਾ ਹੱਥ ਘੁੱਟਣਾ ਤੇ ਆਪਣਾ ਵਚਨ ਯਾਦ ਆ ਗਿਆ। ਡੋਲਦੇ ਤੇ ਦੁਬਦਾ ਚਾਏ ਮਨ ਨੂੰ ਰਾਹ ਮਿਲ ਗਿਆ। ਨਹੀਂ, ਹੁਣ ਮੈਂ ਮਰ ਨਹੀਂ ਸਕਦੀ। ਭਰਾ ਭਰਜਾਈ ਦੀ ਖਾਤਰ ਜ਼ਰੂਰ ਜਿਊਂਗੀ। ਭਰਾ ਭਰਜਾਈ ਦੀ ਮੌਤ ਨੇ ਉਸਨੂੰ ਇੱਕ ਮੋੜ ਤੇ ਲੈ ਆਂਦਾ। ਉਸਦਾ ਅਹਿਸਾਸ ਇੰਨਾ ਬਲਵਾਨ ਹੋ ਗਿਆ ਕਿ ਉਹ ਜ਼ਿੰਦਗੀ ਭਰ ਮਹਿਸੂਸ ਨਹੀਂ ਕੀਤਾ ਸੀ। ਮੌਤ ਵੱਲੋਂ ਮੂੰਹ ਮੋੜ ਮਹਾਨ ਆਦਰਸ਼ ਨੂੰ ਜਿੱਤਣ ਲਈ ਆਪਣੇ ਭਰਾ ਭਰਜਾਈ ਦੇ ਪਿਆਰ ਨੂੰ ਕਾਇਮ ਰੱਖਣ ਲਈ ਜਿਉਣਾ ਉਸ ਲਈ ਕੁਦਰਤੀ ਲੋੜ ਬਣ ਗਿਆ। ਕੁੜੀ ਜੰਮਣ ਤੇ ਛੱਡ ਦੇਣ ਦਾ ਡਰਾਵਾ ਉਸਦੇ ਦਿਮਾਗ ਵਿੱਚੋਂ ਨਿਕਲ ਗਿਆ। ਮਾਂ ਜਾਏ ਪਿਆਰ ਦੀ ਸ਼ਕਤੀ ਨੇ ਉਸਨੂੰ ਪ੍ਰੇਰਣਾ ਦੇਣੀ ਸ਼ੁਰੂ ਕਰ ਦਿੱਤੀ। ਉਸ ਜ਼ਿੰਦਗੀ ਦਾ ਸਫ਼ਰ ਥਿੜਕਦੇ ਕਦਮਾਂ ਦੀ ਥਾਂ ਮਜ਼ਬੂਤ ਕਦਮਾਂ ਦੇ ਨਾਲ ਜਾਰੀ ਰੱਖਣਾ ਮੰਨ ਲਿਆ। ਇੱਕ ਬੱਚੀ ਨੂੰ ਛਾਤੀ ਤੇ ਦੂਜੀ ਨੂੰ ਉਂਗਲ ਲਾਈ ਉਹ ਸਹੁਰੇ ਘਰ ਆ ਗਈ। ਸੱਸ ਇਸ ਬਿਮਾਰੀ 'ਚ ਚਾਲੇ ਪਾ ਗਈ ਸੀ। ਸੁੰਨੇ ਘਰ ਵਿੱਚ ਉਸ ਦੀਵਾ ਟੰਗਿਆ। ਬੱਚਿਆਂ ਨੇ ਲੰਮੀ ਵਿਰਾਨੀ ਨੂੰ ਵਿਦਾ ਆਖੀ। ਸਹੁਰੇ ਨੇ ਉਸਦੇ ਅਤੇ ਬੱਚਿਆਂ ਦੇ ਸਿਰ ਉੱਤੇ ਹੱਥ ਫੇਰਦਿਆਂ ਅਨੁਭਵ ਕੀਤਾ, ਬੀਬਾ ਅਮੀ ਰੱਬ ਦੀ ਰਜ਼ਾ ਨੂੰ ਕਿਵੇਂ ਮੋੜ ਸਕਦੇ ਆ? ਬਸ ਸਬਰ ਕਰੋ। ਰੋਣ ਨਾਲ ਕੌਣ ਮੁੜਿਆ ਹੈ ਭਲਾ? ਬਸ ਪੁੱਤਰੀ ਉੱਠ ਕੇ ਤਾਂ ਬੱਚਿਆਂ ਦਾ ਖਿਆਲ ਕਰ। ਮਾਲਣ ਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਬਿਰਧ ਦਾ ਹੀ ਇੱਕ ਸਿਰ ਤੇ ਹੱਥ ਹੈ। ਉਂਝ ਤਾਂ ਹੁਣ ਰੱਬ ਵੀ ਵੈਰੀ ਹੋ ਗਿਆ ਏ। ਜਦ ਮਨੁੱਖ ਤੋਂ ਸਭ ਆਸਰੇ ਖੁੱਸ ਜਾਂਦੇ ਹਨ, ਉਹ ਰੜੇ ਨੰਗ ਆਕੀ ਹੋ ਖਲੋਂਦਾ ਹੈ। ਦੂਜੇ ਸ਼ਬਦਾਂ ਵਿੱਚ ਉਹ ਆਪਣੇ ਤੌਰ ਤੇ ਸ਼ਕਤੀਸ਼ਾਲੀ ਹੋ ਜਾਂਦਾ ਹੈ, ਭਾਵੇਂ ਉਸਨੂੰ ਇਸ ਗੱਲ ਦਾ ਗਿਆਨ ਨਾ ਵੀ ਹੋਵੇ। ਸਤਵੰਤ ਨੇ ਤੋਤਲੀ ਜ਼ਬਾਨ ਅਨੁਸਾਰ ਪੂਰੇ ਨਾਂ ਨੂੰ ਰੂਪੀ ਢਾਲ ਲਿਆ। ਜਦੋਂ ਭੁੱਖੀ ਰੋਂਦੀ ਤਾਂ ਨੀਂਦੋ ਜਾਗਦੀ। ਸਤਵੰਤ ਰੂਪੀ ਆਖ ਚੁੱਕਣਾ ਲੋੜਦੀ। ਤੇਰੀ ਇਹ ਕੁੜੀ ਤਾਂ ਸੋਹਣੀ ਹੈ, ਅਭੋਲ ਹੀ ਉਸਦੇ ਮੂੰਹੋਂ ਨਿਕਲ ਗਿਆ। ਬੂੜਾ ਅਕਲਾ ਕੇ ਰਹਿ ਗਿਆ। ਉਸਨੂੰ ਕੁਝ ਨਹੀਂ ਸੁੱਝ ਰਿਹਾ ਸੀ। ਹੌਲੀ ਹੌਲੀ ਮਾਲਣ ਦੇ ਦਿਲ ਤੋਂ ਇਹ ਡਰ ਵੀ ਭਰਨ ਦੀ ਪਰਛਾਈ ਵਾਂਗ ਜਾਂਦਾ ਰਿਹਾ। ਜੇ ਬੂੜ ਨੇ ਛੱਡ ਦਿੱਤੀ ਕੀ ਕਰਾਂਗੀ? ਮੇਰੇ ਤੇ ਬੱਚਿਆਂ ਦੇ ਭਾਗ ਸਾਡੇ ਨਾਲ ਹਨ। ਫਿਰ ਮੈਂ ਲੰਗੜੀ ਲੂਲੀ ਤਾਂ ਹੈ ਨਹੀਂ। ਉਸ ਵਿੱਚ ਸਵੈ ਭਰੋਸਾ ਜਾਗ ਪਿਆ। ਉਸਨੂੰ ਆਪੂ ਪ੍ਰਤੀਤ ਹੋ ਰਿਹਾ ਸੀ ਮੈਂ ਅੱਗੇ ਵਾਲੀ ਮਾਲਣ ਨਹੀਂ। ਉਸਦੀ ਬਾਲ ਬੱਚੀ, ਉਸਦੇ ਸਾਰੇ ਨਕਸ਼ੀ ਉਸਦੇ ਭਰਾ ਨਾਲ ਮਿਲਦੇ ਸਨ। ਜਦ ਦੁੱਧ ਚੁੰਘਦੀ ਵਿੱਚੋਂ ਹੱਸ ਪੈਂਦੀ, ਕੁਦਰਤ ਦੀ ਕੁੱਖੋਂ ਨਵਾਂ ਹੁਸਨ ਫੁੱਟ ਪੈਂਦਾ, ਗੁਲਾਬ ਦੀ ਸੁਗੰਧੀ ਨਾਲ ਵਿਹੜਾ ਮਹਿਕ ਜਾਂਦਾ। ਮਾਲਣ ਲੰਮਾ ਹੌਂਕਾ ਖਿੱਚ ਕੇ ਬੱਚੀ ਨੂੰ ਹਿੱਕ ਨਾਲ ਘੁੱਟ ਲੈਂਦੀ ਅਤੇ ਉਸਦੇ ਮੂੰਹੋਂ ਅਮੋੜ ਪਿਆਰ ਵਿੱਚ ਨਿਕਲ ਜਾਂਦਾ, ਮੇਰੀ ਜਿਗਰੂ। ਸਤਵੰਤ ਨੇ ਤੋਤਲੀ ਜ਼ੁਬਾਨ ਅਨੁਸਾਰ ਪੂਰੇ ਨਾਂ ਨੂੰ ਰੂਪੀ ਵਿੱਚ ਢਾਲ ਲਿਆ। ਜਦ ਉਹ ਭੁੱਖੀ ਰੋਂਦੀ ਜਾਂ ਨੀਂਦੋਂ ਜਾਗਦੀ, ਸਤਵੰਤ ਰੂਪੀ ਆਖ ਚੁੱਕਣਾ ਲੋੜਦੀ। ਪਰ ਮਾਲਣ ਉਸਨੂੰ ਫੁੱਲਾਂ ਵਾਂਗ ਚਾਹ ਲੈਂਦੀ। ਮਾਲਣ ਨੂੰ ਆਪੂ ਪਤਾ ਨਹੀਂ ਸੀ ਕਿ ਜਗਰੂਪ ਨੇ ਉਸਨੂੰ ਕੀ ਦੇ ਕੇ ਨਵਾਂ ਰੋੜਾ ਬਣਾ ਦਿੱਤਾ ਹੈ। ਜਿਵੇਂ ਕਿਸੇ ਦੇ ਮਹਿਬੂਬ ਨੇ ਆਉਣਾ ਹੋਵੇ ਤੇ ਉਹ ਉਸਦੇ ਇੰਤਜ਼ਾਰ ਵਿੱਚ ਮਚਲ ਜਾ ਰਿਹਾ ਹੋਵੇ। ਇਸ ਤਰ੍ਹਾਂ ਹੀ ਡਰੀ ਮਾਲਣ ਜਗਰੂਪ ਨੂੰ ਪਾਲ ਰਹੀ ਸੀ। ਜ਼ਿਲ੍ਹੇਦਾਰ ਦੀ ਤਬਦੀਲੀ ਵੀ ਸਰਹੰਦ ਡਿਵੀਜ਼ਨ ਵਿੱਚ ਹੋ ਗਈ ਸੀ। ਉਹ ਆਪਣੀ ਥਾਂ
ਉਹ ਨਵੀਂ ਥਾਂ ਜਾਂਦਾ ਕੁਝ ਦਿਨ ਲਈ ਨੂਰਪੁਰ ਰੁਕ ਗਿਆ। ਉਸ ਬੂਹਿਓਂ ਅੰਦਰ ਪੈਰ ਪਾਉਂਦੇ ਹੀ ਘਰ ਦਾ ਨਕਸ਼ਾ ਬਦਲਿਆ ਤੱਕਿਆ। ਸਫਾਈ, ਭਾਂਡਿਆਂ ਦੀ ਤਰਤੀਬ, ਗੱਲ ਕੀ ਹਰ ਚੀਜ਼ ਮੂੰਹੋਂ ਬੋਲ ਕੇ ਕਹਿ ਰਹੀ ਸੀ, ਮੈਨੂੰ ਕਿਸੇ ਸੁਘੜ ਰਕਾਨ ਨੇ ਸਜਾਇਆ ਹੈ। ਮਾਲਣ ਵੀ ਪਹਿਲਾਂ ਵਰਗੀ ਮਾਲਣ ਨਹੀਂ ਸੀ ਰਹੀ, ਪਰ ਬੂੜ ਨੇ ਉਸਨੂੰ ਬੁਲਾਇਆ ਨਾ। ਦੋ ਕਦਮ ਅੱਗੇ ਵੱਧ ਕੇ ਹੱਥ ਜੋੜਦਿਆਂ ਮਾਲਣ ਨੇ ਸਤਿ ਸ੍ਰੀ ਅਕਾਲ ਆਖੀ ਤੇ ਉਸਦੇ ਨਾਲ ਹੀ ਸਤਵੰਤ ਨੇ ਵੀ ਹੱਥ ਚੁੱਕਦਿਆਂ ਸਤਿ ਸ੍ਰੀ ਅਕਾਲ ਬੁਲਾਈ। ਜਾਪਦਾ ਸੀ ਸਤਵੰਤ ਨੂੰ ਬਹੁਤ ਕੁਝ ਸਿਖਾਇਆ ਗਿਆ ਹੈ। ਬਾਵਜੂਦ 100 ਗਿੱਸੇ ਗਿਲੇ ਦੇ ਬੂੜ ਮੁਸਕਰਾ ਕੇ ਸਤਵੰਤ ਤੇ ਚਪਤ ਮਾਰਨੋਂ ਨਾ ਰੁਕ ਸਕਿਆ। ਜੇ ਇਸ ਵਰਤਾਰ ਨੂੰ ਕੁਦਰਤੀ ਤੇ ਮਾਸੂਮ ਦੀ ਖਿੱਚ ਨਾ ਵੀ ਸਮਝਿਆ ਜਾਵੇ, ਤਦ ਇਸ ਦੇ ਪਿਛਵਾੜੇ ਅਜਿਹੀਆਂ ਠੋਸ ਸਮਾਜੀ ਘਟਨਾਵਾਂ ਸਨ ਜਿਹੜੀਆਂ ਕੁਝ ਇਸ ਤਰ੍ਹਾਂ ਉਲਝ ਚੁੱਕੀਆਂ ਸਨ, ਜਿਨ੍ਹਾਂ ਨੂੰ ਸੁਲਝਾਏ ਬਿਨਾਂ ਉਹ ਆਪਣੇ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋ ਸਕਦਾ ਸੀ। ਇੱਕ ਤੋਂ ਪਿੱਛੋਂ ਦੂਜੀ ਘਟਨਾ ਨੇ ਉਸਨੂੰ ਯਕੀਨ ਕਰਵਾ ਦਿੱਤਾ ਸੀ ਕਿ ਅੱਗੇ ਵਧਣ ਦੀ ਥਾਂ ਹਾਲਾਤ ਉਸਨੂੰ ਪਿਛਾਂਹ ਧੱਕੀ ਜਾ ਰਹੇ ਹਨ। ਉਹ ਜ਼ਿੰਦਗੀ ਵਿੱਚ ਹਾਰੇ ਨੌਜਵਾਨਾਂ ਦੀ ਤਰ੍ਹਾਂ ਭਟਕ ਚਾਹ ਰਿਹਾ ਸੀ। ਕਾਸ਼ ਜ਼ਿੰਦਗੀ ਦੁਬਾਰਾ ਜਿਉਣ ਦਾ ਸੁਭਾਗ ਮਿਲ ਜਾਵੇ, ਪਰ ਇਹ ਅਜਿਹੀ ਝੂਠੀ ਕਲਪਨਾ ਸੀ ਜਿਹੜੀ ਉਸਦੇ ਆਪਣੇ ਵਿਸ਼ਵਾਸ ਅਨੁਸਾਰ ਪੂਰੀ ਵੀ ਨਹੀਂ ਸੀ ਹੋ ਸਕਦੀ। ਉਸ ਯਕੀਨ ਕਰ ਲਿਆ ਕਿ ਜ਼ਿੰਦਗੀ ਹਸੀਨ ਸੁਪਨੇ ਤੋਂ ਬਿਨਾਂ ਸਹੀ ਅਰਥਾਂ ਵਿੱਚ ਠੋਸ ਜੰਜਾਲ ਹੈ, ਜਿਸ ਵਿੱਚ ਖਾਹਿਸ਼ ਨਾ ਰੱਖਦਿਆਂ ਵੀ ਮਜਬੂਰੀ ਨਾਲ ਜਿਉਣਾ ਪੈਂਦਾ ਹੈ। ਇਸ ਤਰ੍ਹਾਂ ਦੇ ਵਿਚਾਰ ਰੱਖਦਿਆਂ ਵੀ ਉਸ ਆਪਣਾ ਰੋਹਬ ਬਣਾਈ ਰੱਖਣ ਲਈ ਮਾਲਣ ਨੇ ਕਿਹਾ, ਮੈਂ ਤੈਨੂੰ ਆਖਿਆ ਸੀ ਤੂੰ ਆਈ ਨਾ। ਜਵਾਬ ਦੇਣ ਦੀ ਕਾਹਲੀ ਤੋਂ ਪਹਿਲਾਂ ਮਾਲਣ ਨੇ ਆਖੇ ਸ਼ਬਦਾਂ ਨੂੰ ਤੋਲਿਆ, ਜਿਨ੍ਹਾਂ 'ਚ ਸਖਤੀ ਸੀ, ਕਟੂਤਾ ਨਹੀਂ ਸੀ, ਕੱਟੜਤਾ ਨਹੀਂ ਸੀ, ਗਿਲਾ ਸੀ, ਪਰ ਨਰਮੀ ਤੋਂ ਖਾਲੀ ਵੀ ਨਹੀਂ ਸੀ। ਇਸ ਹਾਲ ਵਿੱਚ ਜਦ ਭਰਾ ਭਰਜਾਈ ਵੀ ਸਾਥ ਛੱਡ ਗਏ, ਮੈਂ ਬੱਚੀਆਂ ਨੂੰ ਦੋਹੀਂ ਛਾਹੀਂ ਚੁੱਕੀ ਕਿੱਥੇ ਜਾ ਸਕਦੀ ਸੀ, ਦੋਨੀ ਬਾਹੀਂ ਚੁੱਕੀ ਕਿੱਥੇ ਜਾ ਸਕਦੀ ਸੀ। ਉਸਨੂੰ ਦੁੱਖ ਸੀ ਕਿ ਸਰਦਾਰ ਨੇ ਜਵਾਨ ਭਰਾ ਭਰਜਾਈ ਦਾ ਅਫਸੋਸ ਮੂੰਹ ਰੱਖਣ ਲਈ ਵੀ ਨਹੀਂ ਕੀਤਾ ਸੀ। ਮੈਨੂੰ ਨਹੀਂ ਪਤਾ, ਉਸ ਤਲਖ ਹੁੰਦਿਆਂ ਨਾਸਾਂ ਨੂੰ ਫੰਗਾਰਿਆ। ਸਤਵੰਤ ਉਸਦੀ ਇਸ ਹਰਕਤ ਨਾਲ ਸਹਿਮ ਗਈ। ਸਤਵੰਤ ਵੱਲ ਵੇਖਦਿਆਂ ਉਹ ਅਤਰੀਨ ਸੂਖਮ ਜਿਹਾ ਪਰਛਾਵਾਂ ਅਨੁਭਵ ਕੀਤਾ। ਮੈਂ ਅੱਗੋਂ ਪਿੱਛੋਂ ਇੱਥੇ ਹੀ ਆਉਣਾ ਸੀ, ਪਰ ਉਹ ਇੱਕ ਪਲ ਰੁਕ ਗਈ। ਉਸ ਬੂੜ ਵੱਲ ਵੇਖਿਆ। ਉਸਨੂੰ ਕਹੀ ਜਾਣੇ ਵਾਲੀ ਗੱਲ ਦੀ ਇੰਤਜ਼ਾਰ ਸੀ, ਪਰ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਕਰ ਲਵੋ, ਮੇਰੀ ਕੋਈ ਚਿੰਤਾ ਨਾ ਕਰੋ। ਮੈਂ ਤੁਹਾਡੀ ਖੁਸ਼ੀ ਵਿੱਚ ਕਿਸੇ ਤਰ੍ਹਾਂ ਦੀ ਭੰਗੜਾ ਨਹੀਂ ਪਾਵਾਂਗੀ। ਮੈਥੋਂ ਜੋ ਲਿਖਵਾਉਣਾ ਹੈ ਲਿਖਵਾ ਲਵੋ, ਪਰ ਮੈਂ ਇਸ ਘਰੋਂ ਬਿਲਕੁਲ ਨਹੀਂ ਜਾਵਾਂਗੀ। ਤੁਹਾਨੂੰ ਕੋਈ ਦੁੱਖ ਤਕਲੀਫ ਨਹੀਂ ਦੇਵਾਂਗੀ। ਜੇਰਾ ਤੇ ਜ਼ਬਤ ਕਰਦਿਆਂ ਵੀ ਉਸਦੇ ਹੰਝੂ ਰੁਕ ਨਾ ਸਕੇ। ਉਹ ਨਿੱਤ ਦਾ ਝੰਡਟ ਮੁਕਾ ਦੇਣਾ ਚਾਹੁੰਦੀ ਸੀ ਤੇ ਚਾਹੁੰਦੀ ਸੀ ਰੱਤ ਸੁਕਾਉਣੇ ਸੰਸਿਆ ਤੋਂ ਆਜ਼ਾਦ ਹੋ ਕੇ ਬੱਚੀਆਂ ਨੂੰ ਪਾਲੇ, ਕਿਉਂਕਿ ਉਸ ਆਪਣੀ ਜ਼ਿੰਦਗੀ ਨੂੰ ਬੱਚੀਆਂ ਨਾਲ ਜੋੜ ਲਿਆ ਸੀ। ਬੂੜ ਨੂੰ ਯਕੀਨ ਨਹੀਂ ਸੀ ਆਇਆ ਕਿ ਇੰਨੀਆਂ ਸਪਸ਼ਟ ਤੇ ਖਰੀਆਂ ਗੱਲਾਂ ਉਸਦੀ ਅਨਪੜ੍ਹ ਪਤਨੀ ਮਾਲਣ ਨੇ ਹੀ ਆਖੀਆਂ ਸਨ। ਉਹ ਅੱਧ ਮਿੱਟੀਆਂ ਅੱਖਾਂ ਨਾਲ ਮਾਲਣ ਦੇ ਚਿਹਰੇ ਨੂੰ ਡੂੰਘੀ ਨੀਚ ਮੰਨ ਕੇ ਤੱਕਿਆ। ਇੱਕ ਫੈਸਲਾ, ਇੱਕ ਇਰਾਦਾ ਉਸਦੇ ਮੂੰਹ ਤੋਂ ਸਾਫ਼ ਪੜਿਆ ਜਾ ਸਕਦਾ ਸੀ। ਸੁਲਤਾਨਾ ਪਿੱਛੋਂ ਇੰਨੀਆਂ ਖਰੀਆਂ ਗੱਲਾਂ ਉਸਨੂੰ ਕਦੇ ਕਿਸੇ ਔਰਤ ਨੇ ਨਹੀਂ ਆਖੀਆਂ ਸੀ। ਜਾਪਦਾ ਸੀ ਮਾਲਣ ਨੇ ਉਸਦੇ ਇਰਾਦਿਆਂ ਦਾ ਲੱਕ ਤੋੜ ਦਿੱਤਾ ਹੈ। ਉਹ ਛਿੱਥਾਪਣ ਅਨੁਭਵ ਕਰਦਿਆਂ ਵੀ ਜਬੇ ਨਾਲ ਆਖਿਆ, ਸੋਚ ਲੈ। ਉਸਦਾ ਰਵੱਈਆ ਦੱਸਦਾ ਸੀ ਕਿ ਉਹ ਖੁਦ ਸਮਝੌਤਾ ਚਾਹੁੰਦਾ ਹੈ। ਮੈਂ ਸੋਚਦਾ ਹਾਂ, ਮੈਂ ਸੋਚਾਂ ਨਾਲ ਦਿਹਾੜੇ ਪੂਰੇ ਨਹੀਂ ਕਰ ਸਕਦੀ। ਕੁਝ ਕਰਨ ਵਾਲਾ ਸੋਚੇਗਾ। ਮੈਂ ਤਾਂ ਔਖੇ ਸੌਖਿਆਂ ਬੱਚੀਆਂ ਪਾਲਣੀਆਂ ਨੇ। ਇਹ ਇੱਕ ਹੋਰ ਚੋਟ ਸੀ ਜਿਹੜੀ ਬੂੜ ਸਿਰ ਆ ਪਈ। ਅੱਛਾ, ਬਹੁਤ ਛੇਤੀ ਇੱਕ ਪਾਸਾ ਹੋ ਜਾਵੇਗਾ। ਬੂੜ ਨੂੰ ਠੀਕ ਉੱਤਰ ਨਹੀਂ ਔੜਿਆ ਸੀ, ਪਰ ਉਹ ਆਪਣੀ ਪੈਦਾ ਕੀਤੀ ਗੱਲਬਾਤ ਨੂੰ ਖਤਮ ਕਰ ਦੇਣਾ ਚਾਹੁੰਦਾ ਸੀ। ਅਸਲ ਵਿੱਚ ਮਾਲਣ ਹੱਥੋਂ ਜ਼ਿੰਦਗੀ ਵਿੱਚ ਪਹਿਲੀ ਵਾਰ ਹਾਰ ਮਹਿਸੂਸ ਕਰ ਲਈ ਸੀ। ਗਲਤ ਸੋਚਾਂ, ਨਾਕਾਮ ਇਰਾਦਿਆਂ ਤੇ ਪਤਲੀਆਂ ਕਾਮਨਾਵਾਂ ਨੇ ਉਸਨੂੰ ਸਾਰੀ ਰਾਤ ਸੂਲੀ ਤੇ ਟੰਗੀ ਰੱਖਿਆ। ਅਜੀਬ ਤਰ੍ਹਾਂ ਦੀ ਤੜਪਣੀ ਨੇ ਉਸਦਾ ਚੈਨ ਹਰਾਮ ਕਰ ਦਿੱਤਾ ਸੀ। ਵਿਆਹ ਕਰਵਾਉਣ ਵਿੱਚ ਹਰਜ ਵੀ ਕੀ ਹੈ, ਇਹ ਆਪੇ ਇੱਥੇ ਪਿੰਡ ਰਹੇਗੀ, ਪਰ ਸੁਲਤਾਨਾ ਵਰਗੀ ਔਰਤ ਵੀ ਮਿਲੇ, ਇਸ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ। ਹੁਣ ਉਸ ਕੋਲੋਂ ਖਿਆਲਾਂ ਦਾ ਸਰਮਾਇਆ ਵੀ ਖਤਮ ਹੁੰਦਾ ਜਾ ਰਿਹਾ ਸੀ। ਜਿੰਨੇ ਦਿਨ ਉਹ ਪਿੰਡ ਰਿਹਾ, ਮਾਲਣ ਤੋਂ ਕਟਿਆ ਰਿਹਾ, ਉਸਦੇ ਮੱਥੇ ਦਾ ਤਰਸ਼ੂਲ ਚਿੰਤਾ ਦੀ ਧੂੜ ਵਿੱਚ ਡੁੱਬ ਗਿਆ ਜਾਪਦਾ ਸੀ। ਉਸਨੂੰ 100% ਯਕੀਨ ਸੀ ਮੈਂ ਵਿਆਹ ਨਹੀਂ ਕਰਵਾ ਸਕਦਾ, ਪਰ ਉਸ ਆਪਣੀ ਬੇਵਕੂਫੀ ਨਾਲ ਸਮਝੌਤੇ ਦਾ ਦਰਵਾਜ਼ਾ ਵੀ ਬੰਦ ਕਰ ਲਿਆ ਸੀ। ਮਾਲਣ ਤੋਂ ਚੋਰੀ ਉਹ 2 ਬੱਚੀਆਂ ਨੂੰ ਨਫ਼ਰਤ ਤੋਂ ਪਿਆਰ ਦੀਆਂ ਸਾਂਝੀਆਂ ਤੱਕਾਂ ਨਾਲ ਵੇਖਦਾ, ਪਰੰਤ ਪਿਆਰ ਨਫ਼ਰਤ ਤੋਂ ਪਛਾੜ ਜਾਂਦਾ। ਜਾਣ ਤੋਂ ਪਹਿਲਾਂ ਉਸ ਇੱਕ ਪਲ ਚਾਹਿਆ ਮਾਲਣ ਉਸਨੂੰ ਬੁਲਾ ਲਵੇ, ਪਰ ਜਾਪਦਾ ਐਂ ਸੀ ਮਾਲਣ ਲੋਹਾ ਹੋ ਗਈ ਸੀ, ਜਿਹੜੀ ਮਾਮੂਲੀ ਸੱਟ ਨਾਲ ਨਹੀਂ ਸਗੋਂ ਪਿਘਲਾਇਆ ਹੀ ਮੁੜ ਸਕਦੀ ਸੀ।
ਮੁੜ ਸਕਦੀ ਹੈ। ਉਸਦੇ ਜਾਣ ਪਿੱਛੋਂ ਪਹਿਲੀ ਸ਼ਾਮ ਜਦ ਘਰ ਕੋਈ ਨਹੀਂ ਸੀ, ਜਗਰੂਪ ਸਵਾਦ ਵਿੱਚ ਸੁੱਤੀ ਪਈ ਸੀ ਤੇ ਬੂੜ ਮੰਜੇ ਉੱਤੇ ਝੁਕਿਆ ਉਸਨੂੰ ਦੇਖ ਰਿਹਾ ਸੀ। ਉਸਨੂੰ ਇਉਂ ਜਾਪ ਰਿਹਾ ਸੀ ਜਿਵੇਂ ਸਾਹ ਧੜਕਣ ਨਾਲ ਸੂਹਾ ਗੁਲਾਬ ਲਹਿਰਾ ਰਿਹਾ ਹੈ। ਉਸ ਬੱਚੇ ਨੂੰ ਜ਼ਿੰਦਗੀ ਭਰ ਇਹਨਾਂ ਨੇੜਿਓਂ ਨਹੀਂ ਦੇਖਿਆ ਸੀ। ਸੁੰਦਰਤਾ, ਕੋਮਲਤਾ ਤੇ ਸੁਗੰਧੀ ਦੇ ਪਿਆਰ ਦਾ ਠੋਸ ਰੂਪ ਧਾਰ ਲਿਆ ਸੀ। ਉਸ ਦੇ ਅੰਦਰ ਮਨੁੱਖਤਾ ਕਲਵਲ ਹੋ ਉੱਠੀ। ਉਹ ਚਾਹੁੰਦਾ ਸੀ ਇੱਕ ਵਾਰ ਜਗਰੂਪ ਨੂੰ ਚੁੱਕ ਕੇ ਛਾਤੀ ਨਾਲ ਲਾ ਲਵੇ। ਉਸ ਦੇ ਅੰਦਰ ਕੁਝ ਸੜੀ ਜਾ ਰਿਹਾ ਸੀ, ਪਰ ਐਨ ਮੌਕੇ ਤੇ ਉਸ ਦੀ ਚੋਰੀ ਫੜੀ ਗਈ। ਹਲਕੀ ਜਿਹੀ ਕੰਬਣੀ ਪਿੱਛੋਂ ਉਹ ਸਤੰਭ ਬਣ ਗਿਆ। ਮਾਲਣ ਦੀ ਖੁਸ਼ੀ ਇੱਕਦਮ ਜ਼ਬਤ ਦੀ ਦੀਵਾਰ ਤੋੜ ਦੇਣਾ ਚਾਹੁੰਦੀ ਸੀ, ਪਰ ਆਪਣੀ ਅਗਾਧ ਖੁਸ਼ੀ ਨੂੰ ਲੁਕਾਉਂਦਿਆਂ ਉਸ ਜਗਰੂਪ ਨੂੰ ਚੁੱਕ ਕੇ ਬੂੜ ਦੀਆਂ ਬਾਹਾਂ ਵਿੱਚ ਦੇ ਦਿੱਤਾ। ਬੂੜ ਅਕੜਾ ਕੇ ਰਹਿ ਗਿਆ। ਉਸ ਨੂੰ ਕੁਝ ਨਹੀਂ ਸੁੱਝ ਰਿਹਾ ਸੀ। ਤੇਰੀ ਇਹ ਕੁੜੀ ਤਾਂ ਸੋਹਣੀ ਹੈ, ਅਭੋਲ ਹੀ ਉਸਦੇ ਮੂੰਹ ਨਿਕਲ ਗਿਆ। ਮਾਪਿਆਂ ਲਈ ਸਾਰੇ ਬੱਚੇ ਸੋਹਣੇ ਹੁੰਦੇ ਆ। ਮਾਲਣ ਲਈ ਜਿਹੜੀ ਜ਼ਿੰਦਗੀ ਮਣਾ ਮੂੰਹ ਭਾਰੀ ਸੀ, ਇੰਨੀ ਹੌਲੀ ਫੁੱਲ ਹੋ ਗਈ ਕਿ ਇੱਕ ਛਾਲ ਵਿੱਚ 7 ਸਮੁੰਦਰ ਟੱਪ ਜਾਣ ਲਈ ਉਸਦੇ ਪਰ ਆਕੜ ਗਏ। ਬੂੜ ਇਸ ਘਟਨਾ ਨਾਲ ਬਾਹਰਮੁਖੀ ਸ਼ਰਮਿੰਦਾ ਸੀ ਤੇ ਉਸਦੇ ਗਲਤ ਇਰਾਦਿਆਂ ਦੀ ਮੌਤ ਹੋ ਚੁੱਕੀ ਸੀ, ਪਰ ਉਸਦਾ ਹਿੰਦੀ ਮਰਦਾਊ ਜਵਾ ਹਾਲੇ ਵੀ ਖੱਲੜ ਪਾਈ ਫਿਰਦਾ ਸੀ। ਉਹ ਝੂਰਦਾ ਝੂਰਦਾ ਪਾਣੀ ਦੇ ਬੂਰ ਵਾਂਗ ਕਿਨਾਰੇ ਆ ਲੱਗਾ ਸੀ। ਮਾਲਣ ਲਈ ਉਹ ਰਾਤ ਸਹੀ ਅਰਥਾਂ ਵਿੱਚ ਸੁਹਾਗ ਰਾਤ ਬਣ ਕੇ ਆਈ ਸੀ। ਇਹ ਸੀ ਇਸ ਨਾਵਲ ਦਾ ਪਹਿਲਾ ਐਪੀਸੋਡ। ਇਸ ਤੋਂ ਬਾਅਦ ਆਪਾਂ ਅਗਲਾ ਐਪੀਸੋਡ ਯਾਨੀ ਐਪੀਸੋਡ ਨੰਬਰ 2 ਕਰਾਂਗੇ।